ਜਿਹਨੂੰ ਆਖਦੇ ਅਕਾਲ, ਸੁਰਗ ਲੋਕ ਤੇ ਭਿਆਲ, ਸੋਈ ਪ੍ਰਗਟਿਆ ਦਇਆਲ, ਰਾਮ ਸਿੰਘ ਜੋ ਕਹਾਵੰਦਾ। ਕੀਤੀ ਧਰਤ ਨੇ ਪੁਕਾਰ, ਜੀ ਮੈਂ ਹੋਈ ਆ ਲਾਚਾਰ, ਦਿਓ ਆਣ ਕੇ ਦਿਤਾਰ, ਭਾਰ ਝੱਲਿਆ ਨਹੀਂ ਜਾਵਦਾ। ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਆਪ ਜੀ ਲੜੀਵਾਰ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀਆਂ ਸਰਵਣ ਕਰ ਰਹੇ ਹੋ। ਕੱਲ ਤੱਕ ਆਪ ਜੀ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਧਰਤੀ ਦੇ ਉੱਤੇ ਇੱਕ ਨਵਾਂ ਇਨਕਲਾਬ, ਇੱਕ ਨਵੀਂ ਤਵਾਰੀਖ ਇਸ ਧਰਤੀ ਤੋਂ ਰਚ ਦਿੱਤੀ। ਸੰਤ ਖਾਲਸੇ ਦੀ ਸਥਾਪਨਾ ਕੀਤੀ, ਜਿਹਦੇ ਵਿੱਚ 5 ਸਿੱਖਾਂ ਨੂੰ ਉਸੇ ਤਰ੍ਹਾਂ ਹੀ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੇਸਗੜ੍ਹ ਦੀ ਧਰਤੀ 'ਤੇ ਅੰਮ੍ਰਿਤ ਛਕਾਇਆ ਸੀ, ਉਸੇ ਤਰ੍ਹਾਂ ਅੰਮ੍ਰਿਤ ਛਕਾਇਆ। ਜੋ ਪੁਰਾਣੀਆਂ ਮਰਿਆਦਾਵਾਂ ਸਨ ਉਹ ਸਥਾਪਿਤ ਕੀਤੀਆਂ, ਜਿਹਦੇ ਵਿੱਚ ਕੁਛ ਨੈਤਿਕ ਸਨ, ਕੁਛ ਸਮਾਜਿਕ ਸਨ, ਕੁਛ ਧਾਰਮਿਕ ਅਤੇ ਕੁਛ ਰਾਜਨੀਤਿਕ। ਨੈਤਿਕ ਪੱਖ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਇੱਥੇ ਜਿੰਨੇ ਵੀ ਸੰਗਤ ਇਕੱਠੀ ਹੋਈ 12 ਅਪ੍ਰੈਲ 1857 ਈਸਵੀ ਨੂੰ, ਸਤਿਗੁਰੂ ਜੀ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ, ਭਾਈ ਕਿਸੇ ਨੇ ਲੜਕੀ ਨਹੀਂ ਮਾਰਨੀ, ਕਿਸੇ ਦਾ ਹੱਕ ਨਹੀਂ ਮਾਰਨਾ, ਜਿਨਸ ਦੇ ਕੇ ਸਵਾਈ ਜਾਂ ਡਿਊਟੀ ਨਹੀਂ ਲੈਣੀ, ਧੀ ਦਾ ਬੱਟਾ ਨਹੀਂ ਕਰਨਾ। ਇਹ ਸਮਾਜਿਕ ਦੇ ਵਿੱਚ ਵੀ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕੁੜੀਆਂ ਨੂੰ ਹੱਕ ਬਰਾਬਰੀ ਦੀ ਗੱਲ ਜਿਹੜੀ ਹੈ ਪਹਿਲੀ ਵਾਰ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਜ਼ੋਰ ਦੇ ਨਾਲ ਜਿਹੜੀਆਂ ਬਹੁਤ ਜ਼ਿਆਦਾ ਗਿਰਾਵਟਾਂ ਸਨ ਸਾਡੇ ਸਮਾਜ ਵਿੱਚ, ਇਹ ਨਹੀਂ ਕਿ ਇਹ ਉਦੋਂ ਹੀ ਪੈਦਾ ਹੋਈਆਂ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ। ਬਾਲ ਵਿਆਹ ਜਾਂ ਵੱਟਾ ਕਰਨਾ ਜਾਂ ਪੈਸੇ ਨਾਲ ਜਿਹੜਾ ਹੈ ਉਹ ਵਿਆਹ ਕਰਨਾ, ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਸਨ ਸਮਾਜ 'ਚ। ਇੱਕ ਸਿੱਖ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਹਨਾਂ ਦਿਨਾਂ ਦੀ ਹੀ ਗੱਲ ਹੈ ਅਰਜ਼ ਕੀਤੀ, ਪਾਤਸ਼ਾਹ 300 ਰੁਪਈਆ ਦੇ ਕੇ ਮੈਂ ਆਪਣਾ ਪੁੱਤਰ ਵਿਆਹ ਲਿਆਵਾਂ। ਸਤਿਗੁਰੂ ਪਾਤਸ਼ਾਹ ਆਖਿਆ, ਭਾਈ ਮੈਂ ਤਾਂ ਤੈਨੂੰ ਕਦੀ ਵੀ ਇਹ ਇਜਾਜ਼ਤ ਨਹੀਂ ਦਿੰਦਾ ਕਿ ਤੂੰ ਇਸ ਤਰ੍ਹਾਂ ਕਰੇ, ਤੂੰ ਕਦੀ ਵੀ ਪੈਸੇ ਦੇ ਕੇ ਇਸ ਤਰ੍ਹਾਂ ਵਿਆਹ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਰੋਕਿਆ, ਭਾਈ ਵੱਟਾ ਨਹੀਂ ਕਰਨਾ। ਇਹ ਸਨ ਰਾਜਨੀਤਿਕ ਪੱਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ, ਭਾਵੇਂ ਕਿ ਇਹ ਗੱਲ ਅੰਗਰੇਜ਼ ਸਰਕਾਰ ਨੂੰ ਬਾਅਦ ਵਿੱਚ ਪਕੜ ਵਿੱਚ ਆਉਂਦੀ ਹੈ, ਸਤਿਗੁਰੂ ਪਾਤਸ਼ਾਹ ਇੱਥੋਂ ਇਹ ਗੱਲ ਕਹਿ ਦਿੰਦੇ ਨੇ ਕਿ ਜਿਹੜਾ ਅਸੀਂ ਗੁਲਾਮ ਹੋਏ ਹਾਂ। 29 ਮਾਰਚ 1849 ਆਖਰੀ ਦਰਬਾਰ ਲਾਹੌਰ ਦਾ ਸਿੱਖਾਂ ਦਾ ਹੁੰਦਾ ਹੈ। ਉਸ ਤੋਂ ਬਾਅਦ ਉਹ ਦਰਬਾਰ ਜਿਹੜਾ ਹੈ ਤੋੜ ਦਿੱਤਾ ਜਾਂਦਾ ਹੈ, ਫੌਜਾਂ ਤੋੜ ਦਿੱਤੀਆਂ ਜਾਂਦੀਆਂ ਨੇ, ਬਹੁਤ ਸਾਰੇ ਸਿੱਖ ਘਰਾਂ ਵਿੱਚ ਚਲੇ ਜਾਂਦੇ ਨੇ। 50 ਬੰਦਿਆਂ ਦੀ ਲਿਸਟ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿੱਚ ਹੈ। ਉਹ ਬੰਦੇ ਜਿਨ੍ਹਾਂ ਦਾ ਸੰਬੰਧ ਜਾਂ ਫੌਜ ਨਾਲ ਸੀ ਜਾਂ ਪੁਲਿਸ ਨਾਲ ਸੀ, ਉਹ ਬੰਦੇ ਬਾਅਦ ਵਿੱਚ ਸ੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਉਹਨਾਂ ਵਿੱਚ ਬਹੁਤ ਵੱਡੇ ਵੱਡੇ ਨਾਮ ਨੇ, ਉਹ ਜਿਹੜੇ ਅੱਗੇ ਜਾ ਕੇ ਆਪਾਂ ਉਹਨਾਂ ਦੇ ਨਾਮ ਲੈਂਦੇ ਜਾਵਾਂਗੇ, ਦੱਸਦੇ ਜਾਵਾਂਗੇ ਉਹਨਾਂ ਬਾਰੇ ਕਿ ਇਹਦੇ ਪਿੱਛੋਂ ਕਿੱਥੋਂ ਆਏ ਸਨ, ਕਿਸ ਤਰ੍ਹਾਂ ਫੌਜ ਇਹਨਾਂ ਨੇ ਛੱਡੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸੂਬਿਆਂ ਦੇ ਵਿੱਚੋਂ ਬਹੁਤ ਸਾਰੇ ਉਹ ਸੂਬੇ ਨੇ ਜਿਨ੍ਹਾਂ ਨਾਲ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਫੌਜ ਦੇ ਵਿੱਚ ਇਕੱਠੇ ਰਹੇ ਨੇ। ਸਤਿਗੁਰੂ ਜੀ ਇਹ ਸਾਰਾ ਪ੍ਰੋਗਰਾਮ ਦਿੰਦੇ ਨੇ, ਜਿਹਦੇ ਵਿੱਚ ਹੈ ਕਿ ਜਿਹਨੂੰ ਅਸੀਂ ਅਸਹਿਯੋਗ ਅੰਦੋਲਨ ਕਹਿੰਦੇ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਨੌਨ ਕੋਆਪਰੇਟ ਮੂਵਮੈਂਟ ਜਿਹੜੀ ਹੈ ਉਹ ਚੱਲਦੀ ਹੈ, ਜਿਹਦੇ ਵਿੱਚ ਅਦਾਲਤਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਅੰਗਰੇਜ਼ਾਂ ਦੇ ਸਕੂਲਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਉਹਨਾਂ ਦੀਆਂ ਰੇਲਾਂ ਦਾ ਬਾਈਕਾਟ ਕੀਤਾ ਜਾਂਦਾ ਹੈ, ਉਹਨਾਂ ਦੇ ਨਲਕਿਆਂ ਦੇ ਪਾਣੀਆਂ ਤੱਕ ਦਾ ਬਾਈਕਾਟ ਕੀਤਾ ਜਾਂਦਾ ਹੈ, ਉਹਨਾਂ ਦੇ ਲਾਏ ਰੁੱਖਾਂ ਦੇ ਛਾਵੇਂ ਬੈਠਣ ਦਾ ਬਾਈਕਾਟ ਕੀਤਾ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਪ੍ਰੋਗਰਾਮ ਜਿਹੜਾ ਹੈ ਇਸ ਧਰਤੀ ਤੋਂ ਇਸੇ ਦਿਨ ਤੋਂ ਦੇਣਾ ਸ਼ੁਰੂ ਕਰਦੇ ਨੇ, ਭਾਈ ਕਿਸੇ ਤਰ੍ਹਾਂ ਵੀ ਅੰਗਰੇਜ਼ ਨਾਲ ਮਿਲਵਰਤਨ ਜਿਹੜਾ ਹੈ ਉਹ ਨਹੀਂ ਰੱਖਣਾ। ਇਹ ਵਪਾਰੀ ਹੈ, ਬਾਹਰੋਂ ਆਇਆ, ਸਾਡੇ ਦੇਸ਼ ਦੀ ਸੰਪਤੀ ਲੁੱਟਦਾ ਹੈ। ਜਦੋਂ ਇਹਦੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਾਂਗੇ ਤੇ ਇਹਦਾ ਇਹ ਵਪਾਰ ਚੱਲ ਨਹੀਂ ਸਕਦਾ।
ਇੱਕ ਸਾਫ਼ ਜਿਹਾ ਤੇ ਸਪਸ਼ਟ ਜਿਹਾ ਨਿਯਮ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ। ਇੱਥੋਂ ਹੀ ਸੰਗਤ ਆਉਣੀ ਹੌਲੀ ਹੌਲੀ ਸ਼ੁਰੂ ਹੁੰਦੀ ਹੈ। ਸ਼ੁਰੂ ਦੇ ਵਿੱਚ ਭਾਈ ਸੰਤੋਖ ਸਿੰਘ ਜਿਨ੍ਹਾਂ ਸਿੱਖਾਂ ਦੇ ਨਾਮ ਲਿਖਦਾ, ਬਾਬਾ ਜਵਾਹਰ ਸਿੰਘ ਦਾ, ਬਾਬਾ ਬ੍ਰਹਮਾ ਸਿੰਘ ਦਾ, ਸੁੱਧ ਸਿੰਘ ਦੁਰਗਾਪੁਰੀਆ ਜਿਹੜਾ ਹੈ, ਇਹਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਰਤਨ ਦੀ ਸੇਵਾ ਦਿੰਦੇ ਨੇ। ਭਾਈ ਤੂੰ ਆਸਾ ਦੀ ਵਾਰ ਲਾਉਣੀ ਹੈ। ਇਸ ਦੇ ਨਾਲ ਧੁੱਲੇ ਭਾਈ ਫਕੀਰੀਆ, ਭਾਈ ਧੁੱਲਾ ਤੇ ਭਾਈ ਦਿੱਤੂ, ਇਹ ਰਾਗੀ ਸਿੰਘ ਜਿਹੜੇ ਨੇ ਸ੍ਰੀ ਭੈਣੀ ਸਾਹਿਬ ਆਉਂਦੇ ਨੇ। ਇਹਨਾਂ ਦੀ ਡਿਊਟੀ ਵੀ ਇੱਥੇ ਭੈਣੀ ਸਾਹਿਬ ਸ਼ਬਦ ਕੀਰਤਨ ਕਰਨ ਦੀ ਹੈ, ਆਸਾ ਦੀ ਵਾਰ ਲਾਉਣ ਦੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਹਿਣਾ ਸਿੰਘ ਕਰਜਾਕ ਨੂੰ, ਇਹ ਗੱਲ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਲਹਿਣਾ ਸਿੰਘ ਕਰਜਾਕ ਨੂੰ ਆਸਾ ਦੀ ਵਾਰ ਦੇ ਵਿੱਚ ਸ਼ੰਤ ਪੜ੍ਹਨ ਦੀ ਨਵੀਂ ਮਰਿਆਦਾ ਦੱਸਦੇ ਨੇ ਵੀ ਭਾਈ ਇਹ ਸ਼ੰਤ ਤੋਂ ਪੜ੍ਹਨੇ ਨੇ ਅੱਜ ਤੋਂ ਚੌਥੇ ਪਾਤਸ਼ਾਹ ਦੇ। ਲਹਿਣਾ ਸਿੰਘ ਕਰਜਾਕ ਵੀ ਰਾਗੀ ਸੀ। ਸਤਿਗੁਰੂ ਪਾਤਸ਼ਾਹ ਉਤੋਂ ਇਹ ਮਰਿਆਦਾ ਜਿਹੜੀ ਹੈ ਉਹ ਆਰੰਭਤਾ ਸ਼ੁਰੂ ਕਰਵਾਉਂਦੇ ਨੇ। ਇਸ ਤਰ੍ਹਾਂ ਕੁਛ ਨਵੀਆਂ ਚੀਜ਼ਾਂ ਦੀ ਜਿਹੜੀ ਨੀਂਹ ਹੈ ਉਹ ਇਸ ਧਰਤੀ ਦੇ ਉੱਤੋਂ ਰੱਖੀ ਜਾਂਦੀ ਪਈ ਹੈ। ਸਿੱਖ ਆ ਰਹੇ ਨੇ ਹੌਲੀ ਹੌਲੀ, ਜਿਹਨੂੰ ਪਤਾ ਲੱਗਦਾ ਹੈ। ਜਿਸ ਤਰ੍ਹਾਂ ਸੈਦੋ ਵਾਲਾ ਸ਼ਰਨਦਾਸ ਆਉਂਦਾ, ਉਹ ਆਣ ਕੇ ਆਂਦਾ, ਪਾਤਸ਼ਾਹ ਮੈਂ ਦਰਗਾਹ 'ਚ ਹੋ ਕੇ ਆਇਆ, ਉੱਥੇ ਮੈਨੂੰ ਪਤਾ ਲੱਗਾ ਕਿ ਆਪ ਦਾ ਨਾਮ ਜਿਹੜਾ ਹੈ ਉਹ ਲਿਆਂ ਤੋਂ ਬਿਨਾਂ ਉੱਥੇ ਵੀ ਢੋਈ ਨਹੀਂ ਮਿਲਣੀ। ਇਸ ਕਰਕੇ ਕਿਰਪਾ ਕਰੋ, ਮੇਰੇ ਤੇ ਮੋਹਰ ਲਾਵੋ, ਮੈਨੂੰ ਨਾਮ ਦਿਓ। ਸ਼ਰਨਦਾਸ ਸੈਦੋਂ ਦਾ ਉਦਾਸੀ ਸਾਧੂ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਨੂੰ ਵੀ ਜਿਹੜਾ ਹੈ ਉਹ ਨਾਮ ਦਿੰਦੇ ਨੇ। ਇਸ ਤਰ੍ਹਾਂ ਵੱਖਰੇ ਵੱਖਰੇ ਭੇਖਾਂ ਦੇ ਸਾਧੂ, ਜਵਾਹਰ ਸਿੰਘ, ਬਾਬਾ ਜਵਾਹਰ ਸਿੰਘ ਨਿਰਮਲਿਆਂ ਦੇ ਵਿੱਚੋਂ ਆਉਂਦਾ ਹੈ। ਇਸੇ ਤਰ੍ਹਾਂ ਸਾਹਿਬ ਸਿੰਘ ਆਉਂਦਾ ਹੈ ਉਦਾਸੀਆਂ ਦੇ ਵਿੱਚੋਂ, ਸੁਤੇ ਪ੍ਰਕਾਸ਼ ਇਸ ਦਾ ਨਾਮ ਸੀ। ਇਹ ਜਦੋਂ ਆਉਂਦਾ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਕਹਿੰਦੇ ਨੇ, ਭਾਈ ਤੂੰ ਮੱਝਾਂ ਗਾਵਾਂ ਨੂੰ ਚਰਾ ਕੇ ਲਿਆਇਆ ਕਰ। ਫਿਰ ਸਤਿਗੁਰੂ ਜੀ ਇੱਕ ਹੋਰ ਬਚਨ ਕਰਦੇ ਨੇ ਇਹਦੇ ਨਾਲ, ਕਿਉਂਕਿ ਇਹ ਸਾਹਿਬ ਸਿੰਘ ਉਦਾਸੀਆਂ ਦੇ ਵਿੱਚ ਰਿਹਾ, ਵਿੱਦਿਆ ਪੜ੍ਹਦਾ ਰਿਹਾ, ਤੇ ਹੋਏਗਾ ਵੀ ਇਸ ਦੇ ਮਨ ਦੇ ਵਿੱਚ ਵੀ ਮੈਂ ਇੰਨਾ ਸਮਾਂ ਵਿੱਦਿਆ ਪੜ੍ਹੀ ਤੇ ਇੱਥੇ ਆਇਆ ਤੇ ਇੱਥੇ ਜਿਹੜੀ ਸੇਵਾ ਹੈ ਉਹ ਇਹ ਮਿਲ ਗਈ ਕਿ ਮਾਲ ਚਾਰ ਕੇ ਲਿਆ, ਪਸ਼ੂ ਚਾਰ ਕੇ ਲਿਆ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਜਿੱਥੇ ਇਹ ਕਹਿੰਦੇ ਨੇ ਪਸ਼ੂ ਚਾਰ ਕੇ ਲਿਆ, ਉੱਥੇ ਨਾਲ ਇਹ ਵੀ ਬਚਨ ਕਰਦੇ ਨੇ, ਇਹ ਇਸ ਤਰ੍ਹਾਂ ਨਾ ਜਾਣੀ ਮੈਂ ਇਸ ਧਰਤੀ ਦੇ ਉੱਤੇ ਪਸ਼ੂਆਂ ਦੀ ਸੇਵਾ ਕਰਦਾ ਰਿਹਾ, ਹੁਣ ਵੇਖ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਮੈਨੂੰ ਸੇਵਾ ਕਰਨ ਵਾਲੇ ਦੇ ਦਿੱਤੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਨੂੰ ਸਾਹਿਬ ਸਿੰਘ ਨੂੰ ਇਹ ਕਹਿ ਕੇ ਇਸ ਸੇਵਾ ਵਾਲੇ ਪਾਸੇ ਜਿਹੜਾ ਹੈ ਉਹ ਲਾਉਂਦੇ ਨੇ। ਇਸ ਤਰ੍ਹਾਂ ਵੱਖਰੇ ਵੱਖਰੇ ਸਾਧੂ ਜਨ ਜਾਂ ਉਹ ਲੋਕ ਜਿਹੜੇ ਪੰਜਾਬ ਦੇ ਦਰਦੀ ਨੇ, ਜਿਨ੍ਹਾਂ ਨੂੰ ਇਹ ਹੈ ਕਿ ਪੰਜਾਬ ਦਾ ਰਾਜ ਭਾਗ ਜਿਹੜਾ ਹੈ ਉਹ ਖਤਮ ਕੀਤਾ ਹੈ ਆਪਣਿਆਂ ਨੇ, ਉਹ ਦਰਦੀ ਲੋਕ ਜਿਹੜੇ ਨੇ ਸ੍ਰੀ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ, ਨਾਮ ਲੈਂਦੇ ਨੇ, ਤੇ ਇਹ ਜਿਹੜਾ ਹੌਲੀ ਹੌਲੀ ਇਹ ਵਰਤਾਰਾ ਜਿਹੜਾ ਹੈ ਇਹ ਵੱਧਦਾ ਜਾਂਦਾ ਹੈ, ਘੇਰਾ ਜਿਹੜਾ ਹੈ ਵੱਧਦਾ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪਿਆਰਾ ਭਾਈ ਲਹਿਣਾ ਸਿੰਘ, ਜਿਹਨੂੰ ਬਾਲ ਮਿੱਤਰ ਵੀ ਆਖਿਆ ਜਾਂਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ, ਪਿੱਛੇ ਵੀ ਆਪ ਜੀ ਨੇ ਇਹਦੀ ਬਾਬਤ ਸੁਣਿਆ ਹੈ ਕਿ ਇਹ ਰਾਈਆਂ ਤੋਂ ਸਤਿਗੁਰੂ ਜੀ ਨੂੰ ਫਿਰ ਅਰਜ਼ ਕਰਕੇ ਲਿਆਇਆ, ਤੇ ਉਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਆਖਿਆ ਸੀ ਲਹਿਣਿਆਂ ਨਿਭਾਏਗਾ, ਤੇ ਇਹਨੇ ਹੱਥ ਜੋੜ ਕੇ ਆਖਿਆ ਸੀ, ਪਾਤਸ਼ਾਹ ਮੇਰੇ ਵਿੱਚ ਇਹ ਤਾਕਤ ਕਿੱਥੇ, ਆਪ ਜੀ ਕਿਰਪਾ ਕਰੋ, ਆਪ ਨੇ ਨਿਭਾਉਣੀ ਹੈ। ਇਹ ਲਹਿਣਾ ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਵਾਰੀ ਕਿਸੇ ਗਲਤੀ ਕਰਕੇ ਸਤਿਗੁਰੂ ਜੀ ਆਂਦੇ ਨੇ, ਉਹ ਲਹਿਣਿਆ ਤੇਰਾ ਕੱਖ ਨਾ ਰਵੇ, ਇਹ ਬਚਨ ਨਿਕਲ ਜਾਂਦਾ ਮੂੰਹ ਚੋਂ। ਤੇ ਸੱਚਮੁੱਚ ਇਸ ਤਰ੍ਹਾਂ ਦਾ ਵਾਰਦ ਹੁੰਦਾ ਹੈ ਕਿ ਇਹਦੀ ਪਤਨੀ ਚੜ੍ਹਾਈ ਕਰ ਜਾਂਦੀ ਹੈ, ਇਹਦੇ ਕੁਛ ਪਸ਼ੂ ਚੜ੍ਹਾਈ ਕਰ ਜਾਂਦੇ ਨੇ। ਜਿਹੜਾ ਬੈਲ ਖੇਤੀ ਵਾਸਤੇ ਲਿਆਉਂਦਾ ਹੈ, ਕਿਉਂਕਿ ਜ਼ਿਮੀਂਦਾਰੇ ਦਾ ਕੰਮ ਸੀ, ਉਹ ਬੈਲ ਚੜ੍ਹਾਈ ਕਰ ਜਾਂਦਾ। ਲੋਕ ਇਹਨੂੰ ਮੰਗਵਾ ਬੈਲ ਆਪਣਾ ਕੋਈ ਬਲਦ ਢੱਗਾ ਵੱਛਾ ਨਹੀਂ ਦਿੰਦੇ, ਕੋਈ ਡੰਗਰ ਪਸ਼ੂ ਨਹੀਂ ਦਿੰਦੇ, ਕਿ ਜਿਹੜਾ ਇਹਦੀ ਖੁਰਲੀ ਤੇ ਚਲਾ ਗਿਆ, ਜਿਹੜਾ ਇਹਦੇ ਕਿੱਲੇ ਤੇ ਜਾ ਕੇ ਵੱਜ ਗਿਆ, ਉਹ ਮਰ ਜਾਣਾ। ਤੇ ਇਹ ਝੁਰਦਾ ਹੋਇਆ ਇੱਕ ਦਿਨ ਲੰਘਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਲੈਣਿਆ ਉਹ ਕਹਿ ਮੈਨੂੰ ਬਖਸ਼ ਦੇ। ਇਹ ਆਂਦਾ ਜੀ ਮੈਂ ਤਾਂ ਬੜੇ ਚਿਰ ਦਾ ਆਖਣ ਦਿਆਂ ਮੈਨੂੰ ਬਖਸ਼ ਦਿਓ, ਮੇਰੀ ਹਾਲਤ ਬੜੀ ਬੁਰੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਜਿਹੜਾ ਲਿਆਵੇਂਗਾ ਨਾ ਉਹ ਵਧੇ ਫੁੱਲੇਗਾ, ਭਾਵ ਹੁਣ ਤੈਨੂੰ ਘਾਟਾ ਨਹੀਂ ਹੋਵੇਗਾ, ਜਿਸ ਪਾਸੇ ਨੂੰ ਜਾਵੇਂਗਾ ਉਸ ਪਾਸੇ ਨੂੰ ਵਾਧਾ ਹੋਵੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨੂੰ ਵਰ ਦਿੰਦੇ ਨੇ। ਕਹਿੰਦਾ ਜੀ ਇੱਕ ਕੰਮ ਹੋਰ ਸੀ ਇਸ ਦਾ, ਇੱਕ ਮੁਕੱਦਮਾ ਇਹਦੇ ਉੱਤੇ ਪਿਆ ਹੋਇਆ ਸੀ, ਉਹਦੀ ਕਿਰਪਾ ਹੋਵੇ। ਸਤਿਗੁਰੂ ਜੀ ਇੱਥੇ ਅਕਾਲ ਬੁੰਗੇ ਦੇ ਥਾਂ ਦੇ ਉੱਤੇ ਬੈਠੇ ਸਨ, ਖੂਹ ਦੇ ਉੱਤੇ, ਆਖਣ ਲੱਗੇ ਇੱਥੇ ਹੀ ਬੈਠ ਜਾ, ਭਜਨ ਕਰ, ਸਤਿਗੁਰੂ ਅਕਾਲ ਪੁਰਖ ਕਿਰਪਾ ਕਰੇਗਾ, ਇਹ ਵੀ ਤੇਰਾ ਕੰਮ ਜਿਹੜਾ ਹੈ ਹੋ ਜਾਵੇਗਾ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਥੇ ਨੇੜੇ ਤੇੜੇ ਮੁੰਡੀਆਂ ਜਾਂਦੇ ਨੇ। ਇੱਥੋਂ ਦਾ ਇੱਕ ਸੁਜਾਨ ਸਿੰਘ ਹੈ, ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਅਰਜ਼ ਕਰਦਾ, ਪਾਤਸ਼ਾਹ ਮੇਰਾ ਵੀ ਜੀ ਕਰਦਾ ਮੈਂ ਸਿੱਖ ਬਣ ਜਾਵਾਂ, ਪਰ ਗਰੀਬੀ ਇੰਨੀ ਜ਼ਿਆਦਾ ਹੈ ਕਿ ਜੇ ਮੈਂ ਸਿੱਖ ਬਣ ਗਿਆ, ਕੱਲ੍ਹ ਨੂੰ ਕੋਈ ਸਿੱਖ ਮੇਰੇ ਘਰ ਆਇਆ
ਮੈਂ ਉਹਨੂੰ ਕੁਛ ਸਿਖਾ ਨਹੀਂ ਸਕਦਾ, ਇਸ ਕਰਕੇ ਫਿਰ ਸਿੱਖੀ ਰਹਿਣੀ ਨਹੀਂ। ਤੁਸੀਂ ਕਹਿੰਦੇ ਹੋ ਸੇਵਾ ਦੀ ਸਿੱਖੀ ਹੈ, ਸਿਮਰਨ ਦੀ ਸਿੱਖੀ ਹੈ, ਤੇ ਜੇ ਕੋਈ ਮੇਰੇ ਘਰ ਆ ਗਿਆ ਮੇਰੇ ਕੋਲ ਛਕਾਉਣ ਵਾਸਤੇ ਹੀ ਕੁਛ ਨਹੀਂ, ਤੇ ਉਹ ਫਿਰ ਸਿੱਖੀ ਨਹੀਂ ਰਹਿਣੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਸੁਜਾਨ ਸਿਆਂ, ਜੇ ਫੋਕਾ ਜਲ ਲੈ ਕੇ ਛੰਨੇ 'ਚ ਪਾ ਕੇ ਮਿਲ ਪਵੇਂਗਾ ਆਦਰ ਭਾਵ ਦੇ ਨਾਲ, ਤੇ ਤਾਂ ਵੀ ਸਿੱਖੀ ਰਹਿ ਜਾਏਗੀ। ਤੇ ਉਹ ਪ੍ਰਸ਼ਾਦਾ ਛਕਾਉਣ ਨਾਲੋਂ ਵੀ ਵੱਡਾ ਜਿਹੜਾ ਤੈਨੂੰ ਹੈ ਫਲ ਮਿਲੇਗਾ। ਭਾਵ ਨਾਲ, ਪਿਆਰ ਦੇ ਨਾਲ ਤੂੰ ਕਿਸੇ ਸਿੱਖ ਨੂੰ ਫੋਕਾ ਜਲ ਲੈ ਕੇ ਵੀ ਮਿਲ ਪਵੇਂਗਾ, ਤੇ ਉਹ ਵੀ ਜਿਹੜਾ ਹੈ ਉਹ ਤੇਰਾ ਸਫਲ ਹੋਵੇਗਾ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਛੋਟੀਆਂ ਛੋਟੀਆਂ ਗੱਲਾਂ ਸਿੱਖੀ ਦੀਆਂ ਜਿਹੜੀਆਂ ਨੇ ਉਹ ਸਮਝਾਉਂਦੇ ਜਾਂਦੇ ਨੇ। ਭਾਵ ਕਿ ਜਿਹੜੇ ਇਖਲਾਕੀ ਤੌਰ ਦੇ ਉੱਤੇ ਨੈਤਿਕਤਾ ਦੇ ਵਿੱਚ ਜਿਹੜਾ ਪਤਨ ਆਇਆ ਹੋਇਆ, ਉਹਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਜਿਹਾ ਸੁਧਾਰ, ਕਿਉਂਕਿ ਜਿਸ ਤਰ੍ਹਾਂ ਸਿੱਖ ਆਉਂਦੇ ਨੇ, ਇੱਕ ਸਿੱਖ ਆਉਂਦਾ ਦੁਆਬੇ ਦਾ, ਉਹ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ, ਉਹਦੇ ਕੋਲ ਬਹੁਤ ਵੱਡਾ ਆਕਾਰ ਦਾ ਇੱਕ ਅੰਬ ਹੈ ਜਿਹੜਾ ਮੁੰਬਈ ਤੋਂ ਲੈ ਕੇ ਆਇਆ, ਸਤਿਗੁਰੂ ਪਾਤਸ਼ਾਹ ਦੇ ਅੱਗੇ ਭੇਟਾ ਧਰਦਾ। ਸਤਿਗੁਰੂ ਜੀ ਕਹਿੰਦੇ ਆ ਰਾਗੀ ਸਿੱਖ ਨੂੰ ਦੇ ਦੇ। ਰਾਗੀ ਸਿੱਖ ਤਾਊਸ਼ ਵਜਾ ਰਿਹਾ ਸੀ, ਆ ਰਾਗੀ ਸਿੱਖ ਨੂੰ ਦੇ ਦੇ। ਉਹਦੇ ਮਨ ਵਿੱਚ ਆਉਂਦਾ ਕਿ ਮੈਂ ਬੜੀ ਦੂਰੋਂ ਇਹ ਫਲ ਲੈ ਕੇ ਆਇਆ। ਅਸਲ ਵਿੱਚ ਉਹਦੀ ਮਨਸਾ ਜਿਹੜੀ ਹੁੰਦੀ ਹੈ ਮਨ ਦੇ ਵਿੱਚ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹਨੂੰ ਪ੍ਰਵਾਨ ਕਰ ਦੇ, ਤੇ ਸਾਰਿਆਂ ਨੂੰ ਪਤਾ ਲੱਗਦਾ ਕਿ ਵੀ ਭਾਈ ਸਿੱਖ ਇੰਨੀ ਦੂਰੋਂ ਫਲ ਲੈ ਕੇ ਆਇਆ, ਤੇ ਸਤਿਗੁਰੂ ਜੀ ਆਖਣਦੇ ਨੇ ਇਹਨੂੰ ਰਾਗੀ ਨੂੰ ਦੇ ਦੇ। ਸਤਿਗੁਰੂ ਜੀ ਉਹਦੇ ਮਨ ਦੀ ਗੱਲ ਬੁੱਝ ਕੇ ਆਂਦੇ ਨੇ, ਕਿਸੇ ਗੱਲ ਦੀ ਚਿੰਤਾ ਨਾ ਕਰ, ਇਹਦੀ ਆਵਾਜ਼ ਰਾਗੀ ਦੀ ਜਿੱਥੋਂ ਤੱਕ ਜਾਂਦੀ ਹੈ ਉੱਥੋਂ ਤੱਕ ਤੇਰੇ ਫਲ ਦੀ ਧੁੰਮ ਜਿਹੜੀ ਹੈ ਪੈ ਜਾਏਗੀ, ਪਤਾ ਲੱਗ ਜਾਏਗਾ ਕਿ ਤੂੰ ਇਹਨੂੰ ਫਲ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਿਵਾਜ਼ਦੇ ਜਾਂਦੇ ਨੇ। ਰਾਗੀਆਂ ਵਾਸਤੇ ਸਤਿਗੁਰੂ ਜੀ ਨਿਯਮ ਬਣਾਉਂਦੇ ਨੇ, ਇਹਨਾਂ ਨੂੰ 1 ਰੁਪਈਆ ਜਿਹੜਾ ਹੈ ਉਹ ਭੇਟਾ ਦੇਣੀ ਹੈ। ਇੱਥੇ ਇੱਕ ਭਾਈ ਸੰਤੂ ਤੇ ਇੱਕ ਭਾਈ ਪਸ਼ੋਰਾ, ਇਹ ਢੱਡ ਸਰੰਗੀ ਦੇ ਨਾਲ ਕੀਰਤਨ ਕਰਦੇ ਨੇ। ਇਹ ਵੀ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਹੋਰ ਇਲਾਕਿਆਂ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਭੇਜਦੇ ਨੇ। ਹੋਰ ਜੋੜੀਆਂ ਵੀ ਹੌਲੀ ਹੌਲੀ ਕੀਰਤਨ ਵਾਲੀਆਂ ਜਿਹੜੀਆਂ ਨੇ ਇਸ ਧਰਤੀ ਦੇ ਉੱਤੇ ਜੁੜਦੀਆਂ ਜਾਂਦੀਆਂ ਨੇ। ਸਤਿਗੁਰੂ ਜੀ ਪ੍ਰਚਾਰ ਵਾਸਤੇ ਵੀ ਵੱਖਰੇ ਵੱਖਰੇ ਥਾਵਾਂ 'ਤੇ ਇਹਨਾਂ ਨੂੰ ਭੇਜਦੇ ਨੇ। ਇੱਥੋਂ ਹੀ ਇਹ 57 ਦਾ ਸਾਰਾ ਸਾਲ ਸ੍ਰੀ ਭੈਣੀ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਹੀ ਰੌਣਕਾਂ, ਕੋਈ ਆ ਜਾਂਦਾ ਹੈ ਨਾਮ ਲੈਂਦਾ, ਕੋਈ ਚਲਾ ਜਾ ਰਿਹਾ, ਕੋਈ ਭੈਣੀ ਸਾਹਿਬ ਦੇ ਵਿੱਚ ਹੀ ਪੱਕਾ ਆਣ ਕੇ ਰਹਿ ਰਿਹਾ। ਇਸ ਤਰ੍ਹਾਂ ਜਿਹੜੀ ਹੈ ਇੱਕ ਚੱਲ ਰਿਹਾ ਹੈ। ਸਤਿਗੁਰੂ ਜੀ ਦੀ ਇੱਕ ਹੱਟੀ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ ਸੀ ਕਿ ਮਾਮੀ ਰਾਮੀ ਨੇ ਪੈਸੇ ਦਿੱਤੇ ਸਨ ਕਿ ਆਪ ਜੀ ਹੱਟੀ ਪਾ ਲਵੋ, ਵਪਾਰ ਸ਼ੁਰੂ ਕਰ ਦੇਵੋ, ਤੇ ਮੁਨਾਫਾ ਜਿਹੜਾ ਹੈ ਉਹ ਅੱਧਾ ਅੱਧਾ ਕਰ ਲਵਾਂਗੇ। ਉਹ ਹੱਟੀ ਜਿਹੜੀ ਹੈ ਭੈਣੀ ਸਾਹਿਬ 1872 ਤੱਕ ਚੱਲਦੀ ਰਹਿੰਦੀ ਹੈ। ਉਹਦੀ ਕਮਾਈ ਜਿਹੜੀ ਹੁੰਦੀ ਹੈ ਉਸ ਦੇ ਵਿੱਚੋਂ ਜਿਹੜਾ ਮੁਨਾਫਾ ਹੁੰਦਾ, ਉਹਦਾ ਲੰਗਰ ਜਿਹੜਾ ਹੈ ਇੱਥੇ ਭੈਣੀ ਸਾਹਿਬ ਚੱਲਦਾ ਹੈ। ਜੋ ਸੱਚੇ ਪਾਤਸ਼ਾਹ ਨੂੰ ਕੋਈ ਭੇਟ ਕਰਦਾ ਹੈ ਉਹਦਾ ਲੰਗਰ ਵੀ ਜਿਹੜਾ ਹੈ ਉਹ ਵੀ ਲੰਗਰ ਦੇ ਵਿੱਚ ਪਾ ਦਿੱਤੀ ਜਾਂਦੀ ਹੈ। ਖਾਸ ਕਰਕੇ ਸਤਿਗੁਰੂ ਜੀ ਦੀ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈ ਉਸ ਹੱਟੀ ਤੋਂ ਹੀ ਅਸੀਂ ਵੇਖਦੇ ਹਾਂ। ਉਹ 72 ਤੱਕ ਇਸੇ ਤਰ੍ਹਾਂ ਉਸ ਹੱਟੀ ਦੇ ਮੁਨਾਫੇ ਤੋਂ ਹੀ ਚੱਲਦਾ ਹੈ। ਸਤਿਗੁਰੂ ਪਾਤਸ਼ਾਹ 58 ਦੇ ਵਿੱਚ ਹਜ਼ਰੋਂ ਸਾਹਿਬ ਜਾਣ ਦਾ, ਇਸ ਤੋਂ ਪਹਿਲਾਂ ਇੱਕ ਵਾਰੀ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਵੀ ਜਾਂਦੇ ਨੇ। ਮਾਈ ਸਾਹਿਬੋ ਪੱਧਰੀ ਵਾਲੀ ਜਿਹੜੀ ਹੈ, ਅੱਗੇ ਜਾ ਕੇ ਇਹਦਾ ਬੜਾ ਇਤਿਹਾਸ ਆਏਗਾ। ਇਹ ਇਹਨਾਂ ਦਿਨਾਂ ਦੇ ਵਿੱਚ ਇਹ ਗੰਗਾ ਸੰਗ ਲੈ ਕੇ ਜਾਂਦੀ ਸੀ। ਗੰਗਾ ਦੇ ਇਸ਼ਨਾਨ ਵਾਸਤੇ ਬੜਾ ਸੰਗ ਲੈ ਕੇ ਜਾਣਾ, ਬਹੁਤ ਲੋਕਾਂ ਨੂੰ ਨਾਲ ਲੈ ਕੇ ਜਾਣਾ, ਤੇ ਇਹ ਭੈਣੀ ਸਾਹਿਬ ਆਉਂਦੀ ਹੈ। ਕਾਹਨ ਸਿੰਘ ਦੇ ਦੱਸੇ ਅਨੁਸਾਰ ਇਹ ਭੈਣੀ ਸਾਹਿਬ ਆਉਂਦੀ ਹੈ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਨਾਮ ਲੈਂਦੀ ਹੈ। ਇਹਨਾਂ ਦਿਨਾਂ ਦੇ ਵਿੱਚ ਹੀ, ਇਹ 57 ਦੇ ਵਿੱਚ ਹੀ। 58 'ਚ ਸਤਿਗੁਰੂ ਸੱਚੇ ਪਾਤਸ਼ਾਹ ਇੱਥੋਂ ਅਰਦਾਸ ਕਰਦੇ ਨੇ ਭੈਣੀ ਸਾਹਿਬ ਤੋਂ, ਤੇ ਕਹਿੰਦੇ ਨੇ ਭਾਈ ਹਜ਼ਰੋਂ ਜਾਣਾ ਹੈ। ਹਜ਼ਰੋਂ ਤੋਂ ਬਹੁਤ ਚਿੱਠੀਆਂ ਆ ਰਹੀਆਂ ਨੇ, ਹਜ਼ਰੋਂ ਜਾਣਾ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ, ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਦੋਂ ਡੇਰਾ ਹੁੰਦਾ ਉੱਥੇ ਵੀ ਸਿੱਖਾਂ ਨੂੰ ਇਹ ਦੱਸਿਆ ਜਾਂਦਾ ਕਿ ਹਜ਼ਰੋਂ ਸਾਹਿਬ ਜਾਣਾ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ, ਜਿਹਨੇ ਚੱਲਣਾ ਉਹ ਨਾਲ ਚੱਲ ਸਕਦਾ। 25 ਸਿੱਖ ਇਤਿਹਾਸ ਕਹਿੰਦਾ ਸਾਡਾ ਕਿ 25 ਸਿੱਖ ਜਿਹੜੇ ਸਨ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਤੁਰਦੇ ਨੇ। ਕੁਛ ਸਿੱਖ ਭੈਣੀ ਸਾਹਿਬੋਂ ਨਾਲ ਤੁਰੇ ਹੋਏ ਨੇ, ਜਿਵੇਂ ਕਾਹਨ ਸਿੰਘ ਹੁਰੀ ਨਾਲ ਨੇ ਸੱਚੇ ਪਾਤਸ਼ਾਹ ਦੇ। ਤਾਂ ਸਤਿਗੁਰੂ ਜੀ ਹਜ਼ਰੋਂ ਸਾਹਿਬ ਪਹੁੰਚਦੇ ਨੇ। ਉੱਧਰ ਵੀ ਉਡੀਕ ਇਸੇ ਤਰ੍ਹਾਂ ਹੀ ਸੀ ਕਿ ਕਦੋਂ ਆਉਣ ਤੇ ਸਭ ਨੂੰ ਜਿਹੜੇ ਹਨ ਉਹ ਦਰਸ਼ਨ ਹੋਣ। ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸ਼ਹਿਰ ਚੋਂ ਬਾਹਰ ਨਿਕਲ ਕੇ, ਹਜ਼ਰੋਂ ਸਾਹਿਬ ਤੋਂ ਬਾਹਰ ਨਿਕਲ ਕੇ, ਭਾਈ ਮੁੱਖਾ ਨਾਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਾ ਕੇ ਮਿਲਦੇ ਨੇ। ਉੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸਤਿਗੁਰੂ ਜੀ ਦੇ ਨਾਲ ਮਿਲਣੀਆਂ ਹੁੰਦੀਆਂ ਨੇ। ਉੱਥੇ ਮਿਲਾਪ ਹੁੰਦਾ ਹੈ। ਸ਼ਹਿਰ ਤੋਂ ਬਾਹਰ ਲੈਣ ਵਾਸਤੇ ਆਉਂਦੇ ਨੇ। ਫਿਰ
ਹਜਰੋ ਸਾਹਿਬ ਬਹੁਤ ਰੌਣਕ ਲੱਗਦੀ ਹੈ, ਬਹੁਤ ਕੜਾਹ ਪ੍ਰਸ਼ਾਦ ਵਰਤਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਬਹੁਤ ਸਾਰੇ ਭੋਗ ਪਾਏ ਜਾਂਦੇ ਨੇ। ਇੱਕ ਗੱਲ ਮੈਂ ਇੱਥੇ ਹੋਰ ਜਿਹੜੀ ਮੈਨੂੰ ਭੁੱਲ ਗਈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ 57 ਦੇ ਵਿੱਚ ਇੱਥੇ ਆਰੰਭ ਕਰਦੇ ਨੇ, ਸਿੱਖਾਂ ਦਾ ਆਉਣਾ ਸ਼ੁਰੂ ਹੁੰਦਾ ਹੈ, ਇੱਥੇ ਇੱਕ ਜ਼ਿਕਰ ਜਿਹੜਾ ਹੈ ਉਹ ਨਾਹਰ ਸਿੰਘ ਐਵੇਂ ਕਰਦਾ ਕਿ ਭੈਣੀ ਸਾਹਿਬ ਦੇ ਵਿੱਚ 5 ਗ੍ਰੰਥ ਸਾਹਿਬ ਜਿਹੜੇ ਸਨ ਉਹ ਖੁੱਲ੍ਹ ਚੁੱਕੇ ਸਨ, ਭਾਵ 5 ਪਾਠ ਜਿਹੜੇ ਸਨ ਉਹ ਸ਼ੁਰੂ ਹੋ ਚੁੱਕੇ ਸਨ, ਸਤਿਗੁਰਾਂ ਨੇ ਇੱਥੇ ਸ਼ੁਰੂ ਕਰਾ ਦਿੱਤੇ ਸਨ। ਇਹ ਗਿਣਤੀ ਵੱਧਦੀ ਜਦੋਂ ਆਪਾਂ 72 ਤੱਕ ਵੇਖਦੇ ਹਾਂ, ਜਦੋਂ ਮਰੇਲਕੋਟਲੇ ਵਾਲਾ ਜਥਾ ਤੁਰਦਾ ਤਾਂ ਉਹ 25 ਬੀੜਾਂ ਦਾ ਜ਼ਿਕਰ ਆਉਂਦਾ ਕਿ 25 ਬੀੜਾਂ ਤੋਂ ਪਾਠ ਜਿਹੜੇ ਸਨ ਉਹ ਭੈਣੀ ਸਾਹਿਬੋਂ ਚੱਲਦੇ ਪਏ ਸਨ। ਇੱਥੋਂ ਸਤਿਗੁਰੂ ਜੀ ਜਦੋਂ ਹਜਰੋ ਸਾਹਿਬ ਦੀ ਧਰਤੀ ਤੋਂ ਭਾਗ ਲਾਏ ਹੋਏ ਨੇ, ਉੱਥੇ ਸੰਗਤ ਆਈ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਸਾਰੇ ਸ਼ਹਿਰ ਵਿੱਚ ਜਿਹੜਾ ਸੀ ਇਹ ਦੱਸ ਦਿੱਤਾ ਕਿ ਉਹ ਠਾਕਰ ਜੀ ਆਏ ਹੋਏ ਨੇ, ਸਤਿਗੁਰੂ ਰਾਮ ਸਿੰਘ ਆਏ ਹੋਏ ਨੇ, ਜਿਹਨੇ ਭਾਈ ਭਾਗ ਆਪਣੇ ਜਿਹੜੇ ਹਨ ਉੱਜਲ ਕਰਨੇ ਨੇ, ਉਹ ਆਣ ਕੇ ਦਰਸ਼ਨ ਕਰ ਲਵੇ। ਤੇ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੀ ਹੈ। ਇੱਕ ਕ੍ਰਿਸ਼ਨ ਸ਼ਾਹ ਨਾਂ ਦਾ ਸਿੱਖ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ। ਇਹ ਬੜੀਆਂ ਸੋਹਣੀਆਂ ਇੱਥੇ 2-3 ਜਿਹੜੀਆਂ ਸਾਖੀਆਂ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਨਾਲ। ਕ੍ਰਿਸ਼ਨ ਸ਼ਾਹ ਨਾਂ ਦਾ ਇੱਕ ਸਿੱਖ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਿ ਮੇਰੇ ਘਰੇ ਪ੍ਰਸ਼ਾਦਾ ਛਕੋ। ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਇਸੇ ਲੜੀ ਵਿੱਚ ਸੁਣਿਆ ਸੀ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਿਸੇ ਦੇ ਘਰ ਜਾ ਕੇ ਪ੍ਰਸ਼ਾਦਾ ਨਹੀਂ ਸਨ ਛਕਦੇ, ਉਹਨਾਂ ਦਾ ਇੱਕ ਨੇਮ ਸੀ। ਤੇ ਉਹ ਜਦੋਂ ਇਹ ਕ੍ਰਿਸ਼ਨ ਸ਼ਾਹ ਅਰਜ਼ ਕਰਦਾ, ਰੋਜ਼ ਕਰਦਾ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਉਹ ਆਉਣਗੇ, ਠਾਕਰ ਆਉਣਗੇ, ਜਦੋਂ ਸਤਿਗੁਰੂ ਰਾਮ ਸਿੰਘ ਬਾਰੇ ਕਹਿੰਦੇ ਜਦੋਂ ਉਹ ਆਉਣਗੇ ਤੇ ਉਹ ਆਣ ਕੇ ਤੇਰੇ ਘਰੋਂ ਪ੍ਰਸ਼ਾਦਾ ਜਿਹੜਾ ਉਹ ਛਕਣਗੇ। ਜਦੋਂ ਸਤਿਗੁਰੂ ਜੀ ਆ ਗਏ ਤਾਂ ਬਹੁਤ ਸਾਰੇ ਸਿੱਖ ਸਨ ਹਜਰੋਂ ਦੇ, ਜਿਨ੍ਹਾਂ ਦੀ ਇਹ ਅਰਜ਼ ਸੀ ਕਿ ਸਾਡੇ ਘਰ ਵਿੱਚ ਆਣ ਕੇ ਪ੍ਰਸ਼ਾਦਾ ਛਕੋ, ਸਾਡੇ ਘਰ ਲੰਗਰ ਹੋਵੇ। ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਭਾਈ ਤੁਸੀਂ ਹੁਣ ਜਾਓ, ਘਰਾਂ ਦੇ ਵਿੱਚ ਪ੍ਰਸ਼ਾਦਾ ਜਿਹੜਾ ਲੰਗਰ ਕਰਵਾਓ ਤੇ ਲੰਗਰ ਛਕੋ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਆਪ ਜੀ ਨੇ ਕਿਹਾ ਸੀ ਕਿ ਪਰਾਇਆ ਧਾਨ ਜਿਹੜਾ ਉਹ ਨਹੀਂ ਖਾਣਾ। ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਹੁਕਮ ਮੰਨਣਾ ਜਾਂ ਮੇਰੀ ਬਰਾਬਰੀ ਕਰਨੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਹੁਕਮ ਮੰਨਣਾ, ਜੇ ਹੁਕਮ ਮੰਨਣਾ ਫਿਰ ਜਾਓ, ਜਾ ਕੇ ਲੰਗਰ ਕਰੋ ਤੇ ਪ੍ਰਸ਼ਾਦਾ ਛਕੋ। ਫਿਰ ਸਤਿਗੁਰੂ ਰਾਮ ਸਿੰਘ ਸਾਡਾ ਇਤਿਹਾਸ ਦੱਸਦਾ ਕਿ ਇੰਨੇ ਲੰਗਰ ਹੋਏ ਹਜਰੋ ਸਾਹਿਬ ਦੀ ਧਰਤੀ ਤੇ ਹਰ ਘਰ ਰੋਜ਼ ਕਿਤੇ ਨਾ ਕਿਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਲੰਗਰ, ਰੋਜ਼ ਕਿਤੇ ਨਾ ਕਿਤੇ ਦਾ ਲੰਗਰ। ਇਸੇ ਤਰ੍ਹਾਂ ਇਹ ਕ੍ਰਿਸ਼ਨ ਸ਼ਾਹ ਦੇ ਅਰਜ਼ ਕਰਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਦੇ ਘਰ ਵੀ ਜਾਂਦੇ ਨੇ। ਇੱਕ ਦਿਨ ਇੱਕ ਘਟਨਾ ਵਾਪਰਦੀ ਹੈ, ਇੱਕ ਘਰ ਵਿੱਚ ਸਤਿਗੁਰੂ ਜੀ ਜਾਂਦੇ ਨੇ, ਉਹਨਾਂ ਨੇ ਚਾਦਰਾਂ ਵਿਛਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਆਦਰ ਦੇ ਨਾਲ ਚਾਦਰਾਂ ਵਿਛਾਈਆਂ ਹੁੰਦੀਆਂ ਨੇ ਕਿ ਸਤਿਗੁਰੂ ਜੀ ਇੱਥੋਂ ਆਉਣ, ਸੰਗਤ ਇੱਥੋਂ ਲੰਘੇ, ਧੂੜ ਇੱਥੇ ਆਵੇ ਸਾਧ ਸੰਗਤ ਦੀ। ਤੇ ਉਹਨਾਂ ਨੇ ਬੜੀਆਂ ਸੋਹਣੀਆਂ ਚਾਦਰਾਂ ਵਿਛਾਈਆਂ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚਾਦਰ ਦੇ ਉੱਤੋਂ ਦੀ ਲੰਘਦੇ ਨੇ, ਪਿੱਛੇ ਬਾਬਾ ਕਾਹਨ ਸਿੰਘ ਜੀ ਹਨ, ਬਾਅਦ ਦੇ ਵਿੱਚ ਸੂਬਾ ਥਾਪੇ ਜਾਂਦੇ ਨੇ, ਬਾਬਾ ਕਾਹਨ ਸਿੰਘ ਹੋਰੀ ਹਨ। ਉਹ ਜਦੋਂ ਵੇਖਦੇ ਨੇ ਚਾਦਰ, ਉਹ ਛਾਲ ਮਾਰ ਕੇ ਚਾਦਰ ਟੱਪ ਕੇ ਲੰਘ ਜਾਂਦੇ ਨੇ। ਉਹ ਘਰ ਵਾਲਿਆਂ ਨੂੰ ਇਸ ਤਰ੍ਹਾਂ ਹੁੰਦਾ ਕਿ ਅਸੀਂ ਤੇ ਆਦਰ ਨਾਲ ਵਿਛਾਈ ਸੀ, ਇਹ ਪਤਾ ਨਹੀਂ ਕਿਉਂ ਇਹਨਾਂ ਨੇ ਚਾਦਰ ਦੇ ਉੱਤੇ ਪੈਰ ਨਹੀਂ ਰੱਖਿਆ। ਤਾਂ ਉਹ ਘਰ ਵਾਲੇ ਇਸ ਗੱਲ ਦਾ ਇਤਰਾਜ਼ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਨੇ ਵੀ ਪਾਤਸ਼ਾਹ ਪਤਾ ਨਹੀਂ ਕੀ ਗੱਲ ਹੋਈ ਕਿ ਇਹਨਾਂ ਨੇ ਚਾਦਰ ਦੇ ਉੱਤੇ ਪੈਰ ਨਹੀਂ ਰੱਖਿਆ, ਇਹ ਜਿਹੜੇ ਨਾਲ ਆਏ ਸਿੱਖ ਨੇ। ਤਾਂ ਉਹ ਬਾਬਾ ਕਾਹਨ ਸਿੰਘ ਨੂੰ ਪੁੱਛਦੇ ਨੇ। ਬਾਬਾ ਕਾਹਨ ਸਿੰਘ ਕਹਿੰਦਾ ਉਹ ਸਾਨੂੰ ਆਪਣੀ ਕਰਤੂਤ ਦਾ ਪਤਾ ਹੈ, ਅਸੀਂ ਉਹੀ ਬੰਦੇ ਹਾਂ ਜਿਹੜੇ ਘਰਾਂ ਦੇ ਵਿੱਚ ਜਦੋਂ ਜਾਂਦੇ ਸਾਂ ਤਾਂ ਜਨਾਨੀਆਂ ਸਾਨੂੰ ਗਾਲਾਂ ਕੱਢਦੀਆਂ ਸਨ। ਅੱਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਚਾਦਰਾਂ ਵਿਛਦੀਆਂ ਪਈਆਂ ਨੇ, ਸਾਡੀ ਧੂੜੀ ਲੋਕੀ ਮੰਗਦੇ ਪਏ ਨੇ, ਸਾਨੂੰ ਆਪਣੀ ਕਰਤੂਤ ਪਤਾ, ਅਸੀਂ ਕਰਤੂਤ ਵੱਲ ਵੇਖਦੇ ਹਾਂ, ਉਦੋਂ ਜੀ ਨਹੀਂ ਕਰਦਾ ਕਿਤੇ ਪੈਰ ਰੱਖਣ ਦਾ। ਬਾਬਾ ਕਾਹਨ ਸਿੰਘ ਜੀ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਦਾ ਬਚਨ ਕਰਦੇ ਨੇ। ਇਸ ਤਰ੍ਹਾਂ ਦੇ ਬਚਨ ਛੋਟੇ ਛੋਟੇ ਇੱਥੇ ਹੁੰਦੇ ਨੇ। ਇੱਕ ਸਿੱਖ ਘੁੰਗਣੀਆਂ ਵੇਚਦਾ ਸੀ ਹਜਰੋ ਸਾਹਿਬ ਦੇ ਵਿੱਚ, ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਉਹਨੇ ਘੁੰਗਣੀਆਂ ਵੇਚਦਿਆਂ ਹੋਇਆਂ ਸਤਿਗੁਰਾਂ ਦੇ ਕੋਲ ਆਉਣਾ, ਦਰਸ਼ਨ ਕਰਨ ਆਉਣਾ ਜਾਂ ਇਸ ਤਰ੍ਹਾਂ ਆਉਣਾ, ਤਾਂ ਸਤਿਗੁਰਾਂ ਨੇ ਉਹਨੂੰ ਆਖਣਾ ਭਾਈ ਉਹ ਸ਼ਾਹ ਆ ਗਏ ਆ। ਉਹ ਸਤਿਗੁਰਾਂ ਦੇ ਸ਼ਾਹ ਕਹਿਣ ਦੇ ਨਾਲ ਉਹ ਸੱਚਮੁੱਚ ਹੀ ਹੌਲੀ ਹੌਲੀ ਜਿਹੜਾ ਸੀ ਉਹ ਵਿਕਾਸ ਕਰਦਾ ਹੋਇਆ ਜਾਂ ਉਹ ਪੈਸੇ ਕਮਾਉਂਦਾ ਹੋਇਆ ਸੱਚਮੁੱਚ ਹੀ ਸ਼ਾਹ ਬਣ ਗਿਆ। ਜਦੋਂ ਸ਼ਾਹ ਬਣ ਗਿਆ ਤਾਂ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਉਂਦੇ ਨੇ ਤੇ ਇਹ ਸਿੱਖ ਜਦੋਂ ਆਉਂਦਾ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਇਹਨੂੰ ਮਿਲਾਉਂਦੇ ਨੇ ਵੀ ਭਾਈ ਇਹਨਾਂ ਦੇ ਨਾਲ ਮਿਲੋ, ਇਹਨਾਂ ਦੇ ਕੰਡ ਦੇ ਉੱਤੇ ਹੱਥ ਰੱਖੋ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਹ ਸਿੱਖ ਨੂੰ ਖੜੇ ਕਰਕੇ ਕਹਿੰਦੇ ਨੇ ਇਹ ਬੜਾ ਪਿਆਰਾ ਸਿੱਖ ਹੈ ਤੇ ਇਹਦੀ ਕੰਡ ਦੇ ਉੱਤੇ ਹੱਥ ਰੱਖੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਗੋਲੀ ਕਿਹਦੀ ਤੇ ਗਹਿਣੇ ਕਿਹਦੇ। ਭਾਵ ਸੀ ਕਿ ਆਪ ਦੇ ਹਾਂ,
ਮੈਂ ਵੀ ਆਪ ਦਾ ਹਾਂ ਤੇ ਜੋ ਚੀਜ਼ ਮੈਨੂੰ ਆਪ ਜੀ ਨੇ ਦਿੱਤੀ ਹੈ ਉਹ ਵੀ ਤੁਹਾਡੀ ਹੈ। ਗੋਲੀ ਕਿਹਦੀ ਤੇ ਗਹਿਣੇ ਕਿਹਦੇ? ਭਾਵ ਸਾਰਾ ਕੁਝ ਤੁਹਾਡਾ ਹੈ। ਮੇਰੇ ਹੱਥ ਰੱਖਿਆ ਜਾਂ ਤੁਸੀਂ ਹੱਥ ਰੱਖ ਦਿੱਤਾ, ਮੇਰੇ ਹੱਥ ਰੱਖਿਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੇ ਇਹ ਬਚਨ ਕਰਦੇ ਨੇ। ਨਾਲ ਹੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਉੱਥੇ 5 ਸਿੱਖ ਹੋਰ ਖੜੇ ਹੁੰਦੇ ਨੇ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਅਰਜ਼ ਕਰਦੇ ਨੇ, ਚਰਨਾਂ ਤੇ ਮੱਥਾ ਟੇਕੋ ਇਹਨਾਂ ਦੇ। ਉਹ ਹਜੇ ਟੇਕਣ ਵਾਸਤੇ ਜਿਹੜਾ ਹੈ ਉਹ ਹਜੇ ਤਿਆਰੀ ਹੀ ਕਰਦੇ ਪਏ ਸਨ ਕਿ ਮੱਥਾ ਟੇਕਣ ਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭੱਜ ਕੇ ਉਹਨਾਂ 5 ਦੇ ਪੈਰਾਂ ਦੇ ਉੱਤੇ ਮੱਥਾ ਟੇਕ ਦਿੰਦੇ ਨੇ। ਜਦੋਂ ਸਤਿਗੁਰੂ ਜੀ ਮੱਥਾ ਟੇਕ ਦਿੰਦੇ ਨੇ ਤਾਂ ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉੱਥੇ ਵਚਨ ਕਰਦੇ, ਉਹ ਪੱਟੀ ਗਈ ਸੂ, ਇਹ ਤਾਂ ਕਿਸੇ ਵੱਡੇ ਘਰ ਦੇ ਵਿੱਚ ਹੀ ਸਮਾਉਣੀ ਸੀ ਇਹ ਵਸਤ, ਤੇ ਸੱਚਮੁੱਚ ਇਹ ਵੱਡਾ ਭਾਂਡਾ ਹੈ ਜਿਹਦੇ ਅੰਦਰ ਇਹ ਵਸਤ ਜਿਹੜੀ ਹੈ ਸਮਾਈ ਹੋਈ ਹੈ। ਇੱਥੇ ਹੀ ਦਾ ਹੀ ਇੱਕ ਬਚਨ ਹੈ ਜਿਹੜਾ ਵਸਤੀ ਰਾਮ ਨਾਮ ਦਾ ਇੱਕ ਸਿੱਖ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ, ਉਹਨੂੰ ਸਤਿਗੁਰੂ ਜੀ ਕਹਿੰਦੇ ਨੇ, ਭਾਈ ਕੱਲੀ ਬਾਣੀ ਨਾ ਪੜ੍ਹਿਆ ਕਰੋ। ਬਾਣੀ ਬੜੀ ਪੜ੍ਹਦਾ ਸੀ, ਦਿਨ ਰਾਤ ਬਾਣੀ ਪੜ੍ਹਦੇ ਰਹਿਣਾ। ਸਤਿਗੁਰੂ ਆਖਣਾ ਕੱਲੀ ਬਾਣੀ ਨਾ ਪੜ੍ਹਿਆ ਕਰ, ਭਜਨ ਵੀ ਕਰਿਆ ਕਰ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਆਏ ਤਾਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੱਸਿਆ ਵੀ ਇਹ ਬਾਈ ਬਾਣੀ ਪੜ੍ਹਦਾ ਰਹਿੰਦਾ। ਸਤਿਗੁਰੂ ਆਖਿਆ ਨਹੀਂ ਭਾਈ, ਭਜਨ ਵੀ ਕਰਿਆ ਕਰ। ਘਿਓ ਤੇ ਖੰਡ ਮਿਲਾ ਕੇ ਹੀ ਸਵਾਦ ਆਉਂਦਾ। ਕੱਲਾ ਘਿਓ ਖਾਈਏ ਤਾਂ ਵੀ ਨਹੀਂ ਚੰਗਾ, ਕੱਲੀ ਖੰਡ ਖਾਈਏ ਤਾਂ ਵੀ ਨਹੀਂ ਚੰਗੀ, ਘਿਓ ਤੇ ਖੰਡ ਮਿਲਾ ਕੇ ਹੀ ਸਵਾਦ ਆਉਂਦਾ। ਬਾਣੀ ਦੇ ਨਾਲ ਭਜਨ ਵੀ ਜਿਹੜਾ ਹੈ ਉਹ ਵੀ ਕਰਿਆ ਕਰ। ਇੱਥੇ ਇਹ ਵੀ ਬਚਨ ਆਉਂਦਾ। ਇੱਕ ਸਿੱਖ ਹੋਰ ਆਣ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਜ਼ ਕਰਦਾ ਹੈ, ਇਹ ਵੀ ਇਸੇ ਸਮੇਂ ਦਾ ਹੀ ਬਚਨ ਹੈ ਕਿ ਪਾਤਸ਼ਾਹ ਮੈਨੂੰ ਅਰਥ ਗੁਰਬਾਣੀ ਦੇ ਜਿਹੜੇ ਹਨ ਉਹ ਪੜ੍ਹਾ ਦਿਓ। ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਾਰੇ ਆਪਾਂ ਇਹ ਗੱਲ ਸਰਵਣ ਕੀਤੀ ਹੈ ਕਿ ਉਹ ਗੁਰਬਾਣੀ ਦੇ ਜਿਹੜੀ ਹੈ ਉਹ ਕਥਾ ਕਰਦੇ ਸਨ। ਤਾਂ ਉਹ ਸਿੱਖ ਆਣ ਕੇ ਆਖਣ ਲੱਗਾ, ਜੀ ਮੈਨੂੰ ਗੁਰਬਾਣੀ ਦੇ ਜਿਹੜੇ ਨੇ ਅਰਥ ਪੜ੍ਹਾ ਦਿਓ। ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਉਹ ਨੱਡਿਆ, ਬਾਣੀ ਦੇ ਅਰਥ ਜਿਹੜੇ ਨੇ ਸਿੱਖਿਆ ਨਹੀਂ ਆਉਂਦੇ, ਭਜਨ ਕੀਤੇ ਆਉਂਦੇ ਨੇ। ਇਹ ਸ਼ਬਦ ਸੱਚਮੁੱਚ ਜਾਣਿਓ, ਇਹ ਇਸੇ ਤਰ੍ਹਾਂ ਹੀ ਹੈ ਕਿ ਕਿਉਂਕਿ ਗੁਰਬਾਣੀ ਸਾਰੀ ਦੀ ਸਾਰੀ ਜੀਵਨ ਕਮਾਉਣ ਬਾਰੇ ਆਖਦੀ ਹੈ। ਤੇ ਜੇ ਕੋਈ ਮਨੁੱਖ ਆਖੇ ਕਿ ਮੈਂ ਵਿੱਦਿਆ ਦੇ ਸਹਾਰੇ ਇਸ ਦੇ ਅਰਥ ਕਰ ਲਵਾਂਗਾ, ਮੈਂ ਵਿਦਵਾਨੀ ਨਾਲ ਮੈਂ ਆਪਣੇ ਸ਼ਬਦਾਂ ਨੂੰ ਸ਼ਬਦ ਜਾਲ ਪਾ ਕੇ ਜਾਂ ਸ਼ਬਦਾਂ ਦੇ ਉੱਤੇ ਮਿਠਾਸ ਚੜਾ ਕੇ ਮੈਂ ਕੋਈ ਵੀ ਚੀਜ਼ ਜਿਹੜੀ ਹੈ ਉਹ ਕਰ ਸਕਦਾ, ਪਰ ਬਿਨਾਂ ਅਭਿਆਸ ਤੋਂ ਉਹਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਇਹ ਗੁਰਬਾਣੀ ਆਖਦੀ ਕੀ ਹੈ। ਇਸ ਕਰਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਇਹ ਸ਼ਬਦ ਕਿੰਨਾ ਪਿਆਰਾ ਸ਼ਬਦ ਹੈ, ਕਹਿੰਦੇ ਨੇ, ਨੱਡਿਆ ਗੁਰਬਾਣੀ ਦੇ ਅਰਥ ਬਿਨਾਂ ਭਜਨ ਕੀਤਿਆਂ ਨਹੀਂ ਆਉਂਦੇ। ਇਹ ਬਿਨਾਂ ਭਜਨ ਕੀਤਿਆਂ ਨਹੀਂ ਆਉਂਦੇ ਗੁਰਬਾਣੀ ਦੇ ਅਰਥ। ਉਹ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਇਹ ਦੱਸਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ ਵੀ ਭਾਈ ਜਿਸ ਗੁਰਬਾਣੀ ਨੂੰ ਤੁਸੀਂ ਪੜ੍ਹਦੇ ਹੋ ਇਹ ਜੀਵਨ ਜਾਚ ਹੈ, ਤੇ ਜੀਵਨ ਜਾਚ ਗੁਰਬਾਣੀ ਦੱਸਦੀ ਇਹ ਹੈ ਕਿ ਭਜਨ ਕਰੋ, ਨਾਮ ਜਪੋ। ਤੇ ਜੇ ਉਹ ਤੁਸੀਂ ਨਹੀਂ ਕਰਦੇ ਤਾਂ ਉਹਦੇ ਅਰਥਾਂ ਦੀ ਜਿਹੜੀ ਹੈ ਉਹ ਸਮਝ ਜਿਹੜੀ ਹੈ ਉਹ ਨਹੀਂ ਆ ਸਕਦੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੁਝ ਸਮਾਂ ਹਜਰੋ ਸਾਹਿਬ ਰੁਕਦੇ ਨੇ, ਫਿਰ ਉੱਥੋਂ ਵਿਦਾਇਗੀ ਹੁੰਦੀ ਹੈ। ਬੜੀ ਸੰਗਤ ਵੈਰਾਗੀ ਹੁੰਦੀ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਵਾਪਸ ਸ੍ਰੀ ਭੈਣੀ ਸਾਹਿਬ ਨੂੰ ਮੁੜਦੇ ਨੇ। ਫਿਰ ਰੁਮਕੇ ਸਤਿਗੁਰੂ ਸੱਚੇ ਪਾਤਸ਼ਾਹ ਰਸਤੇ ਵਿੱਚ ਮੁਠੱਡੀ ਸਤਿਗੁਰੂ ਜੀ ਦਾ ਪੜਾਅ ਹੁੰਦਾ। ਇੱਥੇ ਵਜ਼ੀਰਾ ਲੋਹਾਰ ਸਤਿਗੁਰੂ ਜੀ ਨੂੰ ਮਿਲਦਾ। ਸਤਿਗੁਰੂ ਜੀ ਕਹਿੰਦੇ ਨੇ ਵੀ ਤੂੰ ਨਾਮ ਲੈ ਲਾ ਭਾਈ, ਆਪਣਾ ਜੀਵਨ ਜਿਹੜਾ ਸਫਲ ਕਰ। ਇਹ ਆਖਣ ਲੱਗਾ, ਜੀ ਮੈਂ ਬਾਅਦ ਵਿੱਚ ਲੈ ਲਾਂਗਾ। ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਕੋਈ ਆਖਿਆ ਜਾਵੇ ਕੋਈ ਚੀਜ਼ ਪ੍ਰਾਪਤ ਕਰ ਲੈ ਤੇ ਉਹਨੂੰ ਇਸ ਤਰ੍ਹਾਂ ਲੱਗੇ ਵੀ ਪਤਾ ਨਹੀਂ ਹੁਣ ਇਹ ਕੀ ਚੀਜ਼ ਹੈ, ਉਹ ਆਖਣ ਲੱਗਾ ਜੀ ਮੈਂ ਬਾਅਦ ਵਿੱਚ ਲੈ ਲਾਂਗਾ। ਸਤਿਗੁਰੂ ਜੀ ਆਖਣ ਲੱਗੇ ਨਹੀਂ ਹੁਣ ਲੈ ਲੈ, ਹੁਣ ਸਮਾਂ ਹੈ। ਇਹਨੂੰ ਸਤਿਗੁਰੂ ਜੀ ਨਾਮ ਦਿੰਦੇ ਨੇ। ਉੱਥੋਂ ਮਠੱਡੀ ਤੋਂ ਭੈਣੀ ਸਾਹਿਬ ਆ ਜਾਂਦੇ ਨੇ। ਉਹਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਮੈਨੂੰ ਮਿਲਿਆ ਕੀ ਹੈ। ਜਦੋਂ ਉਹਦੀ ਰਸਨਾ ਜਿਹੜੀ ਹੈ ਉਹ ਚੱਲਣ ਲੱਗ ਜਾਂਦੀ ਹੈ, ਉਹਦਾ ਆਪਣਾ ਜਿਹੜਾ ਸਰੀਰ ਹੈ ਜਿਹੜਾ ਉਹ ਇਸ ਤਰ੍ਹਾਂ ਉਹਨੂੰ ਲੱਗਣ ਲੱਗ ਜਾਂਦਾ ਹੈ ਕਿ ਕੋਈ ਰੌਂ ਦੇ ਵਿੱਚ ਹੈ, ਕਿਸੇ ਤਰ੍ਹਾਂ ਦੀ ਮਸਤੀ ਮੇਰੇ ਅੰਦਰ ਆਈ ਹੋਈ ਹੈ। ਉਹ ਸਵੇਰੇ ਉੱਠ ਕੇ ਫਿਰ ਸਾਰੇ ਪਿੰਡ ਨੂੰ ਦੱਸਦਾ, ਉਹ ਮੈਨੂੰ ਰਾਈਆਂ ਪਿੰਡ ਤੋਂ ਆਏ ਸਨ, ਉਹ ਮੈਨੂੰ ਨਾਮ ਦੇ ਗਏ ਨੇ ਤੇ ਮੇਰਾ ਜੀਵਨ ਜਿਹੜਾ ਹੈ ਉਹ ਨਾਮ ਦੇ ਨਾਲ ਹੀ ਬਦਲਦਾ ਜਾ ਰਿਹਾ, ਮੇਰਾ ਸਰੀਰ ਬਦਲਦਾ ਜਾ ਰਿਹਾ, ਆਓ ਚੱਲੀਏ ਆਪਾਂ ਵੀ ਨਾਮ ਲਈਏ। ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਉਣਗੇ। ਅਗਾਂਹ ਮਰਿਆਦਾ ਵਾਸਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਯਤਨ ਕਰਨਗੇ। ਹੋਰ ਜਿੰਨੇ ਵੀ ਨਿਯਮ ਜਿਹੜੇ ਹਨ ਉਹ ਨਵੇਂ ਜਿਹੜੇ ਬਣਦੇ ਨੇ, ਉਹ ਭਾਵੇਂ ਅੰਗਰੇਜ਼ ਸਰਕਾਰ ਦੇ ਖਿਲਾਫ ਨੇ ਜਾਂ ਧਾਰਮਿਕ ਤੌਰ ਦੇ ਉੱਤੇ ਜਿਹੜੀ ਅਖਲਾਕੀ ਤੌਰ ਦੇ ਉੱਤੇ ਜਿਹੜਾ ਜੀਵਨ ਸੁਧਾਰਨਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਬਚਨਾਂ ਦੇ ਨਾਲ ਆਪਣੇ ਸਿੱਖਾਂ ਨੂੰ ਦੱਸ ਕੇ ਕਿਸ ਤਰ੍ਹਾਂ ਕਰਨਗੇ, ਇਹ ਆਉਣ ਵਾਲੇ ਸਮੇਂ ਵਿੱਚ ਆਪ ਜੀ ਸਰਵਣ ਕਰੋਗੇ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।